ਦਰਗਾਹੀ ਬਚਨ ਸਾਨੂੰ ਸਮਝਾਉਂਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਰਚਨਾਵਲੀ ਦੇ ਦੁਆਰਾ ਬੜੇ ਸੁਚੱਜੇ ਢੰਗ ਨਾਲ ਸਾਨੂੰ ਸੰਸਾਰੀ ਪ੍ਰਮਾਣਾਂ ਨਾਲ ਦੱਸਦੇ ਆ ਰਹੇ ਨੇ। ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਿਆ ਜਾਣਾ ਹੈ, ਪਰਮਾਤਮਾ ਨੂੰ ਕਿਵੇਂ ਪਾਣਾ ਹੈ, ਪਰਮਾਤਮਾ ਰਹਿਮਤ ਕਿਵੇਂ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਲੀ ਦੇ ਚੱਲ ਰਹੀ ਲੜੀਵਾਰ ਵਿਚਾਰ ਦੇ ਦੁਆਰਾ ਭਾਈ ਗੁਰਦਾਸ ਸਾਹਿਬ ਕਵਿਤ ਸਾਈਆਂ ਦੇ ਦੁਆਰਾ ਸੂਝ ਬਖਸ਼ਦੇ ਨੇ। ਭਾਈ ਗੁਰਦਾਸ ਸਾਹਿਬ ਬੜੇ ਪ੍ਰੇਮ ਨਾਲ ਅੱਜ ਸਮਝਾਉਂਦੇ ਨੇ। ਥੋੜੇ ਮਾਤਰ ਵੀ ਕੁਸੰਗ, ਨਿੰਦਿਆ, ਚੁਗਲੀ ਆਦਿ ਜੀਵ ਦੇ ਅੰਦਰ ਇਹ ਵਸ ਗਿਆ ਤੇ ਇਹ ਔਗਣ ਇੱਕ ਜ਼ਹਿਰ ਦੀ ਤਰ੍ਹਾਂ ਨੇ, ਅੰਦਰ ਦੀ ਸ਼ਾਂਤੀ, ਗਿਆਨ, ਸਕੂਨ ਨੂੰ ਭੰਗ ਕਰ ਦਿੰਦੇ ਨੇ। ਭਾਈ ਗੁਰਦਾਸ ਸਾਹਿਬ ਸਮਝਾਉਂਦੇ, ਕਹਿੰਦੇ ਜੈਸੇ ਵੇਖ ਤਨ ਕਹੀ ਖਾਤ ਮਰ ਜਾਤ ਤਾਤ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰ੍ਹਾਂ ਥੋੜੇ ਮਾਤਰ ਹੀ ਰਤਾ ਕੋ ਜਿੰਨੀ ਕੋਈ ਜ਼ਹਿਰ ਖਾ ਲਵੇ, ਜ਼ਹਿਰ, ਤੇ ਉਸ ਜ਼ਹਿਰ ਨੂੰ ਖਾਂਦਿਆਂ ਸਾਰ ਹੀ ਕੁਝ ਛਿਨ ਵਿੱਚ, ਕੁਝ ਸਮੇਂ ਵਿੱਚ, ਔਰ ਜਿਹੜੀ ਤਾਰ ਸਰੀਰ ਆ ਨਾ, ਇਹ ਸਾਰਾ ਨਸ਼ਟ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਮਰ ਜਾਤ, ਖਾਤਮਾ ਇਹਦਾ ਹੋ ਜਾਂਦਾ ਹੈ। ਜਿਹਨੂੰ ਆਪਾਂ ਕਹਿੰਦੇ ਦੀ ਮੌਤ ਹੋ ਗਈ, ਕੀ ਖਾ ਗਿਆ? ਜ਼ਹਿਰ ਖਾ ਗਿਆ। ਸੋ ਜ਼ਹਿਰ ਹੁਣ ਨਹੀਂ ਬਚਦਾ। ਜਿਹਦੇ ਅੰਦਰ ਜ਼ਹਿਰ ਲੰਘ ਜਾਵੇ, ਜਿਹੜਾ ਖਾ ਜਾਵੇ, ਉਹ ਨਹੀਂ ਬਚਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਰਤਾ ਕੋ ਜਿੰਨੀ ਜ਼ਹਿਰ ਖਾ ਗਿਆ ਤੇ ਮਰ ਗਿਆ। ਭਾਈ ਸਾਹਿਬ ਕਹਿੰਦੇ ਗਾਤ ਮੁਰਝਾਤ ਪ੍ਰਤੀ ਪਾਲੀ ਬਰਖਨ ਕੀ, ਕਈ ਸਾਲਾਂ ਤੋਂ ਇਹ ਦੇਹ ਪਾਲੀ ਸੀ, ਕਾਇਆ ਪਾਲੀ ਸੀ, ਬੜੀਆਂ ਖੁਰਾਕਾਂ ਦਿੱਤੀਆਂ, ਬੜੀਆਂ ਪੁਸ਼ਾਕਾਂ ਪਹਿਨਾਈਆਂ, ਇੰਨੇ ਸਮੇਂ ਦੀ ਇਹਨੂੰ ਖੁਰਾਕ ਖਵਾ ਖਵਾ ਕੇ ਪਾਲਿਆ, ਤਾਕਤਵਰ ਕੀਤਾ, ਤੇ ਥੋੜੀ ਜੀ ਜ਼ਹਿਰ ਖਾਧੀ, ਉਹਨੇ ਸਾਰਾ ਖਾਤਮਾ ਕਰਤਾ। ਥੋੜੀ ਜੀ ਜ਼ਹਿਰ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ, ਜੈਸੇ ਕੋਟ ਭਾਰ ਤੂਲ ਰੰਚਕ ਚਿੰਨੰਗ ਪਰ। ਤੂਲ ਕਹਿੰਦੇ ਨੇ ਰੂੰ ਨੂੰ। ਕਹਿੰਦੇ ਕਈ ਕਰੋੜਾਂ ਮਣਾ ਮੂੰਹੀ ਜਿਹੜੀ ਆ ਰੂੰ ਦਾ ਢੇਰ ਲੱਗਾ ਹੋਵੇ, ਰੂੰ ਦਾ। ਹੁਣ ਰੂੰ ਬਹੁਤੀ, ਜਿਵੇਂ ਦੇਹ ਕਈ ਸਾਲਾਂ ਦੀ ਪਾਲੀ ਪੋਸ਼ੀ, ਤੇ ਰੂੰ ਬਹੁਤ ਮਣਾ ਨਾ, ਕੁਆਂਟਲਾਂ ਨਾਲ ਵੱਡਾ ਢੇਰ ਲੱਗਾ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਅਚਨਚੇਤ ਜਾਂ ਜਾਣ ਬੁੱਝ ਕੇ ਉਹਦੇ ਵਿੱਚ ਚੰਗਾੜੀ ਥੋੜੀ ਜੀ ਅੱਗ ਦੀ ਸਿੱਟ ਦਿਓ, ਥੋੜੀ ਜੀ ਚੰਗਾੜੀ ਅੱਗ ਦੀ, ਤੇ ਉਹਨ ਰੂਈ ਦਾ ਢੇਰ ਏ ਬਹੁਤਾ, ਤੇ ਚੰਗਾੜੀ ਐਵੇਂ ਚਿੰਨਗਾ ਅੱਗ ਦੀ ਏ ਥੋੜੀ ਜਿਹੀ। ਜਿਵੇਂ ਸਰੀਰ ਕਈ ਸਾਲਾਂ ਦਾ ਬੜੀਆਂ ਤਾਕਤਵਰ ਚੀਜ਼ਾਂ ਖਾਧੀਆਂ ਤੇ ਜ਼ਹਿਰ ਏ ਥੋੜੀ ਜਿਹੀ। ਭਾਈ ਸਾਹਿਬ ਕਹਿੰਦੇ ਫਿਰ ਕੀ ਹੋਏਗਾ? ਕਹਿੰਦੇ ਹੋਤ ਭਸ ਮਾਤ ਛਿਨ ਮੈਂ ਨਾ ਆਕਰ ਖਨ ਕੀ। ਕਹਿੰਦੇ ਉਹ ਅੱਗ ਦੀ ਚੰਗਾੜੀ ਡਿੱਗਦਿਆਂ ਸਾਰ ਉਹ ਮਨਾ ਮੂੰਹੀ ਰੂੰ ਜਿਹੜਾ ਹੈ ਨਾ, ਉਹ ਸੜ ਕੇ ਸੁਆਹ ਹੋ ਜਾਵੇਗਾ। ਉਹਦੇ ਵਿੱਚੋਂ ਕੋਈ ਵੀ ਕੁਝ ਖਿੱਚ ਕੇ ਬਚਾਇਆ ਨਹੀਂ ਜਾਣਾ। ਰੂਈ ਨੂੰ ਅੱਗ ਬੜੀ ਤੇਜ਼ੀ ਨਾਲ ਲੱਗਦੀ, ਲਹਿ ਡਿੱਗੀ ਤਾਂ ਅੱਗ ਦੀ ਚੰਗਾੜੀ ਥੋੜੀ ਜਿਹੀ, ਥੋੜੀ ਜਿਹੀ ਨੇ ਸਾਰੀ ਰੂਈ ਸਾੜਤੀ, ਬਰਬਾਦ ਕਰਤਾ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ, ਕਹਿੰਦੇ ਮੈਖੀ ਦੁਹਾਏ ਦੁੱਧ ਰਾਖੀਏ ਭੰਜਨ ਭਰ। ਭਾਈ ਗੁਰਦਾਸ ਸਾਹਿਬ ਕਹਿੰਦੇ ਮੱਝ ਚੋਈਏ, ਮੱਝ, ਤੇ ਔਰ ਉਹਦਾ ਦੁੱਧ ਚੋ ਕੇ ਬਾਲਟੀ ਹੋਵੇ ਭਰੀ,
और भर के बाल्टा दुध दा ते रख लईए लिया के। ते भाई साहब कहते फिर की होवे, जिहड़ा भरिया होया बाल्टा बहुता ज़्यादा दुध है ना, कहते परत कांजी की बूंद बाद ना रखन की। भाई गुरदास कहते बई जरा एक बूंद उहदे विच ना खटियाई दी पै जावे, जां लस्सी होवे जां कुछ भी होवे, खट्टी चीज़ जिन्हों आपां आम पिंडां वालियां माइयां बीबियां कहा जाता है, दुध नूं खट्टा लाउणा है, खट्टा मिलाता ते ओहदा दही बन जाऊ। भाई गुरदास साहब कहते दुध दा तां भरिया है बाल्टा, चाहे क्विंटल क्यों ना होवे, कहते एक रता को जिन्नी ओहदे विच कांजी मैंने खट्टा डिग पिया, खट्टा पै गया, खटियाई पै गई। भाई साहब कहते बाद उस सब कुछ दुध जिहड़ा है व्यर्थ हो गया, ना रखन की, वो दुध नहीं बचाया जा सकता, सारे दा सारा फटेगा, सारे दा सारा खत्म होवेगा, वो नहीं बचाया जा सकता, क्योंकि खटियाई उहदे विच मिल गई आ, उहदे विच जा मिली खटियाई। इन्ने सालां दी पाली हुई है काया शरीर, इहदे विच जहर मिल गई, खत्म। और इन्ने साला मना मूँहा कट्ठी कीती रोई ते उहदे च डिग पई थोड़ी जी चिंगाड़ी अग दी, वो सारी खत्म। भाई साहब कहते एडा वड्डा भरिया बाल्टा दुध दा ते रता को जिन्नी कांजी खटियाई विच डिग पई, ते वो भी व्यर्थ चली गई, बचाओ नहीं ओदा हो सकिया, ना रूई दा ना देह दा बचाओ नहीं हो सकिया, तिने खत्म। चौथा प्रमाण देंदे कहंदे तैसे जिवें ये तिन्ने चीज़ां ना रता रता चीज़ नाल खत्म हो गई ना, रता को जहर नाल इन्नियां ताकतां खा खा के ताकतवर चीज़ां ते देह पाली, वो रता को जहर ने खत्म करती। इन्ना वड्डा ढेर रूई दा लाया, रता को चंगाड़ी ने खत्म करता। एडा वड्डा बाल्टा टब भरिया दुध दा, रता को खटियाई ने खत्म करता। तैसे उसे तरह भाई गुरदास साहब कहते पर तन, पराए तन की आस रखनी, अंदर वासनावां ने उत्पन्न होना ते पराए तन की आस करनी कि ये मैनू प्राप्त होवे, दोनों तरफा तो, और नर ने उधरों ते और मदीन ने उधरों, और मन अंदर दूजे तन नू प्राप्त करन दे ख्यालात बनने, ते पर धन पराया धन, पराए को दौलत बड़ी मेरे को आ जावे, किवें करा, लुट्टां कसुट्टां करा, की करा, मैं उन्नी इकट्ठी करा। कहंदे दोनों चीज़ां दी ना जेड़ा ख्याल रता को अंदर बनना, पराए तन नो पराए धन नू प्राप्त करना, दुख ना बेकार की। कहंदे ऐसे बेकार उपजे, वो तन नू ते धन नू वेख के अंदर ख्याल बन गए, किसे दे धन की प्राप्ति, किसे दे तन की प्राप्ति दे लई। फिर भाई साहब कहंदे हरै निध सुकृत सहज हरखन की, कहंदे जिहड़ी तेरी सरेठ कीती कमाई आ ना चंगी, चाहे वो भगती आ, चाहे वो पुण्य कर्म ने, चाहे भले दे पासे तुरदा आ, भला आ, कहन लगे ओए पराए तन की वासना ते पराए धन का ख्याल रता को मात्र कीतियां तेरी बर्बादी करा देवेगा। जिवें थोड़ी जी जहर ने शरीर नाश किया, थोड़ी जी चिंगाड़ी ने रुई दे ढेर नू नाश किया, और थोड़े जे खट्टे ने दुध नू खत्म कर दिता। कहन लगी सजना थोड़ा जिहा ख्याल अंदर उपजिया, चाहे पराए तन का चाहे पराए धन का,
तेरे अंदर सहज अंदरली शांति, सहज अंदरला ज्ञान, हरखन की जेड़ी तेरे खुश रहन दी अंदर आदत है ना बनी, खुशी है अंदर दी दाते वालों मिलनी, कहंदे सब खत्म हो जाएगा। इहदे तो बच, तां रब नूं मिलिया जाना ही। इहदे तो बच के इन्हां ख्यालां नूं अभाव करके गुरु वाले ख्याल प्रगट कर, तां जाके गल बनेगी, नहीं ते कुछ नहीं हो पल्ले पैना। भगत जी कहंदे आ, कबीर गूंगा हुआ बावरा, बहरा हुआ कान, पावो ते पिंगल पया मारिया सतगुर बान। सतगुरु ने तीर मारिया, गूंगा हो गया, हुण जुबान तो बोलदा नहीं, कन्ना तो दूजी गल सुनदा नहीं, और पैरां नाल किते होर चल के गुरु तो वसवाए जांदा नहीं। कबीर साहब कहंदे, कबीर गंगा तीर जो घर करे, तीर मैं ना किनारा हुंदा है, उत्थे एक तीर दा अर्थ तीर मारन वाला भी, पर इत्थे तीर दा अर्थ है किनारा। कहंदे कोई गंगा नूं पवित्र जान के उहदे किनारे घर बना लवे ते फिर कह पीवह निर्मल नीर, उस नदी दा पानी पवित्र जान पीवे, बई ये मेरा पार उतारा हो जाना है। भगत कबीर साहब महाराज कहंदे आ, बिन हर भगत ना मुक्त होए। भावें गंगा दे किनारे घर बना के रवे, गंगा दे पानी विच नहावे, गंगा दे पानी नूं भोजन बनावे, प्यास मिटावे, रोटी दी थां भी खाधी पीती जावे, कहन लगे ਉਹਦੇ नाल मुक्ति नहीं। बिन हर भगत, रब दी भगती तो बगैर, परमात्मा दी भगती कीते बगैर मुक्त ना होए, कदे मुक्ति नहीं उन्हों मिलनी। ये भावें कर्म करदा फिरे, इयों कह रमे कबीर। इस तरह कबीर सब कहंदे ने कि मुक्ति मालक नाल मिलनी है, दात तेनू मालक ने देनी हो। एवें पुठे सीधे ख्यालात ना बुना, जेड़े तेरे कीती कमाई, जेड़े तेरा कीता नितनेम, जेड़ा तेरा जपिया नाम, कीती हुई तेरी सेवा नो, जिवें एक चिंगाड़ी अग दी ते ओ सारी रूई नू स्वाह कर देंदी है ना, तेरे अंदर दे सिखा बने ख्याल पराए तन ते पराए धन वाले तेरे सारे काहे ते पानी फेर देणगे। बच, अपनी कमाई नूं बचा, वो अग दी चिंगाड़ी ना सिट अंदर, जिन्हें सब कुछ जला के स्वाह कर देना है। खैर संखेप करा, भाई साहब अगले कबित द्वारा कृपा करते ने और दसदे ने कैसा जीवन है। कहंदे चंदन समीप बस बांस मेहमाना जानी। भाई गुरदास साहब कहंदे चंदन दे कोल वसदा है बांस, बिल्कुल। महाराज ने बाणी अंदर भी किया है, खास करके महाराज कबीर साहब ने। कबीर साहब कहंदे आ चंदन के निकटे बसे, निकट कोल। बांस सुगंध ना होए, बांस में सुगंध ही नहीं हुंदी, हुंदे बिल्कुल नजदीक नेड़े। चंदन समीप नजदीक, निकट नेड़े, समीप कोल, बस वासा है। बांस मेहमाना जानी। कहंदे चंदन दे कोल वसदा है बांस, पर चंदन दी महिमा नूं नहीं जानदा कि चंदन दी महिमा किन्नी है। और भाई साहब कहंदे आंद्रुम मंदू रहो भई बासना के बूहे हैं। कहंदे जेड़े दूर दूर रोखिया ना, दूर दूर, उन्हां नूं पता वो चंदन दी सुगंधी नूं अपने विच समेटदे ते उन्हां विच चंदन वर्गी सुगंधी आउण लग जांदी। भाई गुरदास साहब कहंदे गुरमुख दे कोल नजदीकी वसन वाले जेड़े आ ना, वो नहीं जानते कि गुण ने लिया कुत्ता है। जेड़े दूर वसन वाले वो बचना दे द्वारा लाहा लैंदे आ, संग करके लाहा लैंदे। भाई साहब कहंदे मनमुख गुरु दे कोल आके भी
ਗੁਰੂ ਦੀ ਕਦਰ ਨਹੀਂ ਜਾਣਦਾ, ਕੋਲ ਰਹਿ ਕੇ ਵੀ ਉਹ ਆਨੰਦ, ਉਹ ਰਸ ਆਪਣੇ ਵਿੱਚ ਨਹੀਂ ਧਾਰਨ ਕਰਦਾ। ਗੁਰੂ ਦੇ ਕੋਲ ਰਹਿ ਕੇ ਵੀ ਦੂਰੋਂ ਦੂਰੋਂ ਆਉਂਦੇ ਤੇ ਉਹ ਆਨੰਦ ਪ੍ਰਾਪਤ ਕਰਕੇ, ਖੇੜੇ ਪ੍ਰਾਪਤ ਕਰਕੇ ਗੁਰੂ ਤੋਂ ਝੋਲੀਆਂ ਭਰ ਕੇ ਤੁਰ ਜਾਂਦੇ ਆ। ਮੇਰੀ ਤਰ੍ਹਾਂ ਕੋਲ ਰਹਿਣ ਵਾਲਾ ਖਾਲੀ ਭਾਂਡਾ ਰਹਿੰਦਾ ਹੈ, ਤੁਹਾਡੇ ਘਰਾਂ ਤੋਂ ਮੰਗ ਕੇ ਖਾ ਲਿਆ, ਕਦੇ ਉੱਧਰੋਂ ਮੰਗ ਕੇ ਖਾ ਲਿਆ, ਬਸ ਇਹੀ ਖਾਲੀ ਭਾਂਡਾ ਰਹਿ ਜਾਂਦਾ ਹੈ। ਔਰ ਦੂਰੋਂ 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 ਸੰਗਤਾਂ ਆਉਂਦੀਆਂ, ਗੁਰੂ ਤੋਂ ਝੋਲੀਆਂ ਭਰ ਕੇ ਤੁਰ ਜਾਂਦੀਆਂ, ਔਰ ਜਾ ਕੇ ਉਹ ਵੱਡੇ ਵੱਡੇ ਲੰਗਰਾਂ ਨੂੰ ਸਥਾਪਿਤ ਕਰਦੀਆਂ, ਗੁਰੂ ਗੁਰੂ ਜਪਦੀਆਂ। ਮੇਰੇ ਵਰਗਾ ਨਸ਼ਰਦਕ ਪੁਣੇ 'ਚ ਆਪਣੀ ਹਉਮੈ ਦੇ ਵਿੱਚ ਖਾਲੀ ਭਾਂਡਾ ਰਹਿ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਕਿਉਂ? ਇਸ ਕਰਕੇ ਨੇੜੇ ਰਹਿ ਕੇ ਕਦਰ ਨਹੀਂ ਜਾਣੀ। ਨੇੜੇ ਰਹਿ ਕੇ ਗੁਰੂ ਦੇ ਕੋਲ ਆਉਣਾ ਹੈ ਨਾ, ਨਾਤਾ ਬਣਾਉਣਾ ਹੈ, ਤੇ ਸ਼ਰਧਾ ਬਣਾ, ਸ਼ਰਧਾ ਉਹਨੂੰ ਸਮਝ ਕਿ ਸਤਿਗੁਰੂ ਕੋਲ ਦੂਰ ਦਰਾਡਿਆਂ ਤੋਂ ਸੰਗਤਾਂ ਆਉਂਦੀਆਂ ਨੇ। ਗੁਰਮੁਖ ਦੇ ਕੋਲ ਦੂਰ ਦਰਾਡਿਆਂ ਤੋਂ ਆਉਣ ਵਾਲੇ ਬੜਾ